Hello students, this is Jagdeep Singh, teacher of Guru Hargobind Public High School Fatehgarh. So this is the third chapter of the 8th class. We are going to start the third chapter, The Aged Mother. ਇੱਕ ਬੁੱਢੀ ਮਾਤਾ. So this is the third chapter and this is the chapter in the 8th class PSCB. So first of all, we will discuss some words which are included in this chapter and these words are very important. First one is despotic. Despotic ਦਾ ਮਤਲਬ ਹੁੰਦਾ ਹੈ ਇੱਕ ਐਡਜੈਕਟਿਵ ਹੈ. despotic ਦਾ ਮਤਲਬ ਹੁੰਦਾ ਕਿ ਕੋਈ ਡਿਕਟੇਟਰ ਹੋਵੇ, ਮੀਨਸ ਤਾਨਾਸ਼ਾਹ. ਨੈਕਸਟ ਇਜ਼ ਸੁਜੈਸਟਿਵ ਹੁੰਦਾ ਸਲਾਹ ਦੇਣ ਵਾਲਾ, ਇਹ ਵੀ ਐਡਜੈਕਟਿਵ ਹੈ ਵੀ. ਫੇਲਿੰਗ ਹੁੰਦਾ ਜੋ ਅਸਫਲ ਰਿਹਾ ਹੋਵੇ. ਫੇਲਿੰਗ ਕੋਈ ਚੀਜ਼ ਅਸਫਲ ਹੋ ਜਾਵੇ. ਫੇਲ ਦਾ ਮਤਲਬ ਹੁੰਦਾ ਅਸਫਲ. ਸੋ ਫੇਲਿੰਗ ਕੋਈ ਚੀਜ਼ ਅਸਫਲ ਹੋ ਜਾਵੇ, ਇਹ ਵੀ ਆਪਾਂ ਐਜ਼ ਏ ਐਡਜੈਕਟਿਵ ਯੂਜ਼ ਕਰਦੇ ਹਾਂ. ਇਹ ਕੀ ਹੈ, ਇੱਕ ਪ੍ਰੈਜੈਂਟ ਪਾਰਟੀਸਿਪਲ ਹੈ ਪਰ ਐਜ਼ ਏ ਐਡਜੈਕਟਿਵ. ਨੈਕਸਟ ਹੈਗਾ ਵੀ ਪ੍ਰੋਂਪਟ ਦਾ ਮਤਲਬ ਹੁੰਦਾ ਵੈਸੇ ਕੋਸ਼ਿਸ਼ ਕਰਨਾ. ਜਿਹੜਾ ਇਹ ਪ੍ਰੋਂਪਟਡ ਬਣ ਗਿਆ, ਇਹ ਕੀ ਕਰਦਾ ਹੈਗਾ, ਇੱਕ ਐਡਜੈਕਟਿਵ ਦੀ ਤਰ੍ਹਾਂ ਕੰਮ ਕਰਦਾ ਜਿਸ ਦਾ ਮਤਲਬ ਹੁੰਦਾ ਐਨਕਰੇਜ ਕਰਨਾ. ਨੈਕਸਟ ਵਨ ਇਜ਼ ਬਾਰਵਰਸ ਦਾ ਮਤਲਬ ਹੁੰਦਾ ਕਿ ਕੋਈ ਵੀ ਕ੍ਰਿਊਲਟੀ ਹੋਵੇ ਕਿਸ ਚੀਜ਼ ਦੇ ਵਿੱਚ, ਕੋਈ ਵੀ ਭਿਆਨਕ ਹੋਵੇ, ਇਹ ਵੀ ਐਜ਼ ਏ ਐਡਜੈਕਟਿਵ ਯੂਜ਼ ਕਰਦੇ ਆਪਾਂ. ਕੋਈ ਵੀ ਮੀਨਸ ਕੋਈ ਭਿਆਨਕ ਚੀਜ਼ ਹੋਵੇ ਜਾਂ ਕ੍ਰਿਊਲ ਹੋਵੇ, ਉਹਨੂੰ ਕੀ ਬੋਲ ਦਿੰਦੇ ਆਪਾਂ, ਬਾਰਬਰਸ. ਫਿਰ ਆ ਗਿਆ ਵੀ ਅਵੈਂਡਨ ਇੱਕ ਵਰਬ ਹੈ ਅਤੇ ਇਹਦੇ ਵਿੱਚ ING ਲੱਗੀ ਹੈ. ਅਵੈਂਡਨਿੰਗ ਇਟ ਮੀਨਸ ਐਜ਼ ਏ ਵਰਬ ਯੂਜ਼ ਹੋ ਰਿਹਾ ਜਿਹਦਾ ਮਤਲਬ ਹੁੰਦਾ ਛੱਡਣਾ. ਨੈਕਸਟ ਹੈਗਾ ਵੀ ਵਿਡੋ ਦਾ ਸਭ ਨੂੰ ਪਤਾ ਹੈ, ਜੋ ਕੋਈ ਵੀ ਜਿਸ ਦੇ ਹਸਬੈਂਡ ਦੀ ਡੈਥ ਹੋ ਜੇ ਜਾਂ ਕਿਸ ਦੇ ਵਾਈਫ ਦੀ ਡੈਥ ਹੋ ਜੇ, ਉਹਨੂੰ ਕੀ ਬੋਲਦੇ ਹਾਂ, ਵਿਡੋਡ. ਇਹ ਵੀ ਐਜ਼ ਏ ਐਡਜੈਕਟਿਵ ਯੂਜ਼ ਹੁੰਦਾ. ਨੈਕਸਟ ਹੈ ਵੀ ਹੰਬਲ ਹੁੰਦਾ ਬਹੁਤ ਹੀ ਨੋਰਮਲ ਇਨਸਾਨ, ਮੀਨਸ ਜੋ ਨਮਰ ਹੋਵੇ, ਇਹ ਵੀ ਐਜ਼ ਏ ਐਡਜੈਕਟਿਵ ਯੂਜ਼ ਹੁੰਦਾ. ਨੈਕਸਟ ਹੈਗਾ ਵੀ ਰੈਕਲੈਸ ਹੁੰਦਾ ਬੇਪਰਵਾਹ ਐਜ਼ ਏ ਐਡਜੈਕਟਿਵ. ਦਿਸ ਇਜ਼ ਆਲਸੋ ਸਨੈਪਡ ਦਾ ਮਤਲਬ ਹੁੰਦਾ ਵੀ ਵੈਸੇ ਤਾਂ ਆਪਾਂ ਕੋਈ ਸਨੈਪ ਖਿੱਚਦੇ ਹਾਂ, ਫੋਟੋ ਵਗੈਰਾ ਖਿੱਚਦੇ, ਉਹਨੂੰ ਬੋਲਦੇ ਨੇ ਸਨੈਪਡ. ਪਰ ਇੱਥੇ ਜਦੋਂ ਆਪਾਂ ਫੋਟੋ ਖਿੱਚਦੇ ਮੀਨਸ ਆਪਾਂ ਕੋਈ ਚੀਜ਼ ਐਕਵਾਇਰ ਕਰ ਲੈਂਦੇ ਹਾਂ, ਖਿੱਚ ਲੈਂਦੇ ਹਾਂ, ਤੋੜ ਲੈਂਦੇ ਹਾਂ ਉਸ ਨਾਲ, ਤਾਂ ਕਰਕੇ ਸਨੈਪਡ ਦਾ ਮਤਲਬ ਇੱਥੇ ਤੋੜਨਾ. ਨੈਕਸਟ ਹੈਗਾ ਵੀ ਹੈਸਨ. ਇੱਥੇ ਆਪਾਂ ਟੀ ਜਿਹੜੀ ਹੈਗੀ ਹੈ ਉਹ ਕੀ ਹੈਗੀ, ਸਾਈਲੈਂਟ ਹੈ. ਆਪਾਂ ਇੱਥੇ ਬੋਲਾਂਗੇ ਹੈਸਨਡ ਦਾ ਮਤਲਬ ਹੁੰਦਾ ਬਹੁਤ ਜਲਦੀ ਨਾਲ, ਰੈਪਿਡਲੀ, ਇਸ ਤਰ੍ਹਾਂ. ਨੈਕਸਟ ਹੈਗਾ ਵੀ ਬਲੇਜ਼ ਦਾ ਮਤਲਬ ਹੁੰਦਾ ਅੱਗ ਦੀ ਲਪਟ, ਜਿਵੇਂ ਅੱਗ ਨਿਕਲਦੀ ਹੁੰਦੀ ਹੈ ਉਸ ਨੂੰ ਬੋਲਦੇ ਨੇ ਬਲੇਜ਼. ਅਗਲਾ ਹੈਗਾ ਵੀ ਅਬੋਲਿਸ਼ਡ ਦਾ ਮਤਲਬ ਹੁੰਦਾ ਹੈਗਾ ਖਤਮ ਹੋਣਾ. ਨੈਕਸਟ ਹੈਗਾ ਵੀ ਫਰੈਲਿਟੀ ਦਾ ਮਤਲਬ ਹੁੰਦਾ ਕਮਜ਼ੋਰੀ. ਸੋ ਇਹ ਕੀ ਹੈ, ਐਡਜੈਕਟਿਵ ਆਲਸੋ. So now we will discuss the story. The aged mother, ਇੱਕ ਬੁੱਢੀ ਮਾਤਾ. Long ago there was a province in Japan called Shining. ਕਹਿੰਦੇ ਜਾਪਾਨ ਦੇ ਵਿੱਚ ਬਹੁਤ ਟਾਈਮ ਪਹਿਲਾਂ ਇੱਕ ਪ੍ਰੋਵਿੰਸ ਹੁੰਦੀ ਸੀ. ਪ੍ਰੋਵਿੰਸ ਦਾ ਮਤਲਬ ਹੁੰਦਾ ਵੀ ਸਟੇਟ, ਜਿਵੇਂ ਆਪਣੇ ਇੰਡੀਆ ਦੇ ਵਿੱਚ ਪੰਜਾਬ ਹੋ ਗਈ, ਹਰਿਆਣਾ ਹੋ ਗਈ, ਕੀ ਨੇ, ਸਟੇਟਸ ਨੇ. ਇਸ ਤਰ੍ਹਾਂ ਹੀ ਜਾਪਾਨ ਦੇ ਵਿੱਚ ਕੀ ਹੈ, ਇੱਕ ਸਟੇਟਸ ਹੁੰਦੀਆਂ ਨੇ, ਉਹਨਾਂ ਨੂੰ ਪ੍ਰੋਵਿੰਸ ਬੋਲਦੇ ਨੇ. ਜਿਵੇਂ ਕੈਨੇਡਾ ਦੇ ਵਿੱਚ ਵੀ ਪ੍ਰੋਵਿੰਸਿਸ ਹੁੰਦੀਆਂ ਨੇ, ਸਟੇਟਸ ਨੂੰ ਹੀ ਪ੍ਰੋਵਿੰਸ ਬੋਲ ਦਿੰਦੇ ਨੇ. ਸੋ ਬਹੁਤ ਟਾਈਮ ਪਹਿਲਾਂ ਕਹਿੰਦੇ ਇੱਕ ਪ੍ਰੋਵਿੰਸ ਹੁੰਦੀ ਸੀ ਕਿੱਥੇ, ਜਾਪਾਨ ਦੇ ਵਿੱਚ, ਜਿਸ ਦਾ ਨਾਮ ਕੀ ਸੀਗਾ, ਸ਼ਾਈਨਿੰਗ. ਇਟ ਵਾਜ਼ ਗਵਰਨਡ ਬਾਏ ਡਿਸਪੋਟਿਕ ਲੀਡਰ. ਇਹ ਕਿਸ ਦੁਆਰਾ ਗਵਰਨ ਕੀਤੀ ਜਾਂਦੀ ਸੀ, ਮੀਨਸ ਇਸ ਨੂੰ ਕੌਣ ਚਲਾਉਂਦਾ ਸੀਗਾ, ਕਿਸ ਦੀ ਇੱਥੇ ਸਰਕਾਰ ਸੀ, ਇੱਕ ਡਿਸਪੋਟਿਕ ਦੀ. ਡਿਸਪੋਟਿਕ ਤੁਹਾਨੂੰ ਦੱਸਿਆ ਸੀ ਡਿਕਟੇਟਰਸ਼ਿਪ ਹੁੰਦਾ, ਜਿਵੇਂ ਤਾਨਾਸ਼ਾਹ ਹੁੰਦਾ. ਤਾਨਾਸ਼ਾਹ ਹੁਣ ਕੀ ਹੁੰਦਾ, ਤਾਨਾਸ਼ਾਹ ਹੁੰਦਾ ਜਿੱਥੇ ਕੋਈ ਸਰਕਾਰ ਨਹੀਂ ਬਣਦੀ ਹੁੰਦੀ, ਸਿਰਫ ਉਹ ਹੀ ਰਹਿੰਦਾ ਹੁੰਦਾ ਅਤੇ ਜਦੋਂ ਤੱਕ ਉਸਦੀ ਡੈਥ ਨਹੀਂ ਹੋ ਜਾਂਦੀ ਉਹ ਹੀ ਉੱਥੋਂ ਦਾ ਲੀਡਰ ਰਹੇਗਾ, ਉਹਨੂੰ ਬੋਲਦੇ ਨੇ ਆਪਾਂ ਤਾਨਾਸ਼ਾਹ. ਜਿਵੇਂ ਅੱਜ ਕੱਲ੍ਹ ਰਸ਼ੀਆ ਦੇ ਵਿੱਚ ਵਲਾਦੀਮੀਰ ਪੁਤਿਨ ਤਾਨਾਸ਼ਾਹ ਹੈ, ਅਤੇ ਕੋਰੀਆ ਦੇ ਵਿੱਚ ਹੈ, ਅਤੇ ਇਸ ਤੋਂ ਬਾਅਦ ਚਾਈਨਾ ਦੇ ਵਿੱਚ ਵੀ ਲਗਭਗ ਡਿਕਟੇਟਰਸ਼ਿਪ ਹੈ. ਦਿਸ ਕਾਈਂਡ ਆਫ ਥਿੰਗਸ. ਨੈਕਸਟ ਹੀ ਵਾਜ਼ ਅ ਗੁੱਡ ਵੋਰੀਅਰ, ਇੱਕ ਬਹੁਤ ਹੀ ਮਹਾਨ ਯੋਧਾ. ਬਟ ਹੀ ਹੈਡ ਅ ਗ੍ਰੇਟ ਡਿਸਲਾਈਕ ਫॉर ਐਨੀਥਿੰਗ ਸੁਜੈਸਟਿਵ ਆਫ ਫੀਲਿੰਗ ਹੈਲਥ ਐਂਡ ਸਟਰੈਂਥ. ਕਹਿੰਦੇ ਬਹੁਤ ਹੀ ਮਹਾਨ ਯੋਧਾ ਹੈ, ਜੋ ਡਿਕਟੇਟਰ ਹੈ ਇੱਥੇ, ਡਿਸਪੋਟਿਕ ਹੈ, ਉਹ ਬਹੁਤ ਹੀ ਮਹਾਨ ਯੋਧਾ ਹੈ, ਪਰ ਉਹ ਕਿਹੜੀ ਚੀਜ਼ ਨੂੰ ਨਾ ਪਸੰਦ ਕਰਦਾ ਵੀ, ਉਸਨੂੰ ਉਹ ਚੀਜ਼ ਨਹੀਂ ਵਧੀਆ ਲੱਗਦੀ ਜੋ ਫੇਲ ਹੋ ਜਾਏ, ਅਸਫਲ ਹੋ ਜਾਏ ਹੈਲਥ ਦੇ ਵਿੱਚ, ਅਤੇ ਜਿਹਦੇ ਵਿੱਚ ਸਟਰੈਂਥ ਘੱਟ ਹੋਵੇ, ਮੀਨ ਜੋ ਸਿਹਤਮੰਦ ਨਾ ਹੋਵੇ ਅਤੇ ਜੋ ਜਿਸ ਦੀ ਹੈਲਥ ਵਧੀਆ ਨਾ ਹੋਵੇ, ਉਹ ਉਸਨੂੰ ਇਨਸਾਨ ਵਧੀਆ ਨਹੀਂ ਲੱਗਦਾ. ਦਿਸ ਪ੍ਰੋਂਪਟਡ ਹਿਮ, ਇਸ ਚੀਜ਼ ਨੇ ਉਸਨੂੰ ਕਿਸ ਵਾਸਤੇ ਐਨਕਰੇਜ ਕੀਤਾ, ਜੋ ਪ੍ਰੋਂਪਟਡ ਆਪਾਂ ਪਹਿਲਾਂ ਵਰਡ ਦੱਸਿਆ ਸੀ, ਇਸ ਨੇ ਉਸਨੂੰ ਕਿਸ ਚੀਜ਼ ਵਾਸਤੇ ਐਨਕਰੇਜ ਕੀਤਾ, ਮੇਕ ਅ ਕ੍ਰਿਊਲ ਲਾਅ ਫॉर ਦ ਪ੍ਰੋਵਿੰਸ. ਉਸਨੇ ਬਹੁਤ ਹੀ ਭਿਆਨਕ ਲਾਅ ਬਣਾਤਾ, ਕਿਸ ਦੇ ਵਾਸਤੇ, ਪ੍ਰੋਵਿੰਸ ਵਾਸਤੇ. The entire province was given strict orders to immediately put all the aged people to death.
ਉਸਨੇ ਇੱਕ ਹੁਕਮ ਦਿੱਤਾ ਵੀ ਜਿੰਨੇ ਵੀ ਬੁੱਢੇ ਲੋਕ ਨੇ ਇਸ ਪੂਰੀ ਪ੍ਰੋਵਿੰਸ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਤੇ ਸਖਤ ਕਾਨੂੰਨ ਬਣਾਤਾ ਕਿ ਉਹਨਾਂ ਨੂੰ ਮਾਰ ਦਿੱਤਾ ਜਾਵੇ ਇਮੀਡੀਏਟਲੀ, ਮੀਨਸ ਉਸੇ ਟਾਈਮ, ਜਲਦੀ ਤੋਂ ਜਲਦੀ। ਦੋਜ਼ ਵਰ ਬਾਰਬਰਸ ਡੇਜ਼, ਉਹ ਬਹੁਤ ਹੀ ਮੀਨਸ ਖਤਰਨਾਕ ਤੇ ਭਿਆਨਕ ਤੇ ਬਹੁਤ ਬੁਰੇ ਦਿਨ ਸੀਗੇ। ਐਂਡ ਦ ਕਸਟਮ ਆਫ ਅਵੈਂਟਰਿੰਗ ਓਲਡ ਪੀਪਲ ਟੂ ਡਾਈ ਵਾਜ਼ ਨਾਟ ਅਨਕੋਮਨ, ਜਿਹੜੇ ਉਹ ਦਿਨ ਸੀ, ਮੀਨ ਜਿਹੜੇ ਲੌਂਗ ਐਗੋ ਦੀ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ, ਇਹ ਬਹੁਤ ਹੀ ਭਿਆਨਕ ਦਿਨ ਸੀ। ਜਿਹੜੀ ਕਸਟਮ ਮੀਨਸ ਇੱਕ ਜਿਹੜੀ ਇਹ ਪ੍ਰਥਾ ਚੱਲ ਪਈ ਸੀ, ਕਸਟਮ ਨੂੰ ਆਪਾਂ ਪ੍ਰਥਾ ਕਹਿ ਸਮੇਂ, ਜਿਵੇਂ ਡੌਰੀ ਸਿਸਟਮ ਹੈ, ਜਿਹੜੇ ਬੁੱਢੇ ਲੋਕ ਸੀ ਉਹਨਾਂ ਨੂੰ ਛੱਡਣ ਦੀ ਇਹ ਕੋਈ ਆਮ ਗੱਲ ਨਹੀਂ ਸੀ ਵੀ ਉਹਨਾਂ ਨੂੰ ਛੱਡ ਦਿੱਤਾ ਜਾਵੇ। ਵਾਜ਼ ਨਾਟ ਅਨਕੋਮਨ, ਦੇਖੋ ਵੀ ਅਨਕੋਮਨ ਹੁੰਦਾ ਜਿਹੜਾ ਰੇਅਰ ਹੋਵੇ, ਤੇ ਨੋਟ ਆ ਗਿਆ, ਹੁਣ ਨੋਟ ਤੇ ਅਨਕੋਮਨ ਆਪ 'ਚ ਕੱਟ ਗਏ ਤਾਂ ਕੀ ਬਣ ਗਿਆ ਇਹ ਵਾਜ਼ ਕਾਮਨ, ਮੀਨਸ ਲੋਕਾਂ ਨੂੰ ਛੱਡਣਾ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਜਿਹੜੇ ਬੁੱਢੇ ਲੋਕ ਸੀ ਉਹ ਇੱਕ ਕਾਮਨ ਗੱਲ ਸੀ ਉਸ ਟਾਈਮ ਦੇ ਵਿੱਚ, ਤੇ ਉਹ ਬਹੁਤ ਹੀ ਭਿਆਨਕ ਦਿਨ ਸੀ। ਨੈਕਸਟ ਦੇਖੋ, ਇਨ ਦਾ ਸਮਰ ਇਨ ਦਾ ਸੇਮ ਪ੍ਰੋਵਿੰਸ ਲਿਵਡ ਅ ਪੂਅਰ ਫਾਰਮਰ ਐਂਡ ਹਿਜ਼ ਏਜਡ ਵਿਡੋਡ ਮਦਰ ਐਟ ਦਾ ਫੁੱਟ ਆਫ ਦਾ ਮਾਊਂਟੇਨ। ਕਹਿੰਦੇ ਉਸੇ ਪ੍ਰੋਵਿੰਸ ਦੇ ਵਿੱਚ ਇੱਕ ਬਹੁਤ ਹੀ ਪੂਅਰ ਮੀਨਸ ਗਰੀਬ ਕਿਸਾਨ ਰਹਿੰਦਾ ਸੀ, ਤੇ ਨਾਲ ਹੀ ਉਸਦੀ ਮਾਤਾ ਰਹਿੰਦੇ ਸੀ ਜੋ ਕਿ ਵਿਡੋ ਸੀ, ਉਹਨਾਂ ਦੇ ਹਸਬੈਂਡ ਨਹੀਂ ਸੀ ਜੀ। ਕਿੱਥੇ ਰਹਿੰਦੇ ਸੀ ਉਹ? ਇੱਕ ਪਹਾੜੀ ਦੇ ਪੈਰਾਂ ਦੇ ਵਿੱਚ, ਮੀਨਸ ਕੋਈ ਪਹਾੜੀ ਹੋਏਗੀ ਉਹਦੇ ਸਭ ਤੋਂ ਨੀਚੇ ਉਹਨਾਂ ਦਾ ਘਰ ਸੀ। ਦੇ ਔਨਡ ਅ ਵਿਟ ਆਫ ਲੈਂਡ, ਉਹਨਾਂ ਕੋਲ ਥੋੜ੍ਹੀ ਜਿਹੀ ਜ਼ਮੀਨ ਸੀ, ਵਿਚ ਸਪਲਾਈਡ ਦੈਮ ਵਿਦ ਦਾ ਫੂਡ, ਜੋ ਉਹਨਾਂ ਨੂੰ ਕੁਛ ਨਾ ਕੁਛ ਮੀਨਸ ਜੋ ਲੈਂਡ ਹੋਗੀ ਉੱਥੇ ਫਸਲ ਹੁੰਦੀ ਹੋਗੀ ਅਤੇ ਉਹਨਾਂ ਨੂੰ ਉਸ ਤੋਂ ਫੂਡ ਮਿਲਦਾ ਸੀ। ਦੇ ਵਰ ਹੰਬਲ, ਉਹ ਬਹੁਤ ਹੀ ਮੀਨਸ ਨਮਰ ਇਨਸਾਨ ਸਨ। ਪੀਸਫੁਲ, ਜੋ ਸ਼ਾਂਤਮਈ ਇਨਸਾਨ ਹੁੰਦੇ ਨੇ ਅਤੇ ਖੁਸ਼ ਰਹਿੰਦੇ ਸੀ। ਦ ਪੂਅਰ ਫਾਰਮਰ ਲਵਡ ਹਿਜ਼ ਏਜਡ ਮਦਰ, ਜੋ ਇਨਸਾਨ ਸੀ ਪੂਅਰ ਫਾਰਮਰ ਸੀ, ਜੋ ਗਰੀਬ ਕਿਸਾਨ ਸੀ, ਉਹ ਆਪਣੇ ਮਾਤਾ ਨੂੰ ਬਹੁਤ ਪਿਆਰ ਕਰਦੇ ਸੀ। ਐਂਡ ਡੈਲਟ ਵਿਦ ਹਰ ਵੈਰੀ ਟੈਂਡਰਲੀ, ਅਤੇ ਉਸ ਨਾਲ ਡੈਲਟ ਵੀ ਸੈਕਿੰਡ ਫਾਰਮ ਹੈ ਕਿਸ ਦੀ? ਡੀਲ ਦੀ। ਡੀਲ ਹੁੰਦਾ ਮੀਨਸ ਡੀਲ ਕਰਨਾ ਕਿਸੇ ਨਾਲ, ਕਿ ਕਿਵੇਂ ਆਪਾਂ ਬੋਲ ਚਾਲ ਕਰਦੇ ਹਾਂ ਜਾਂ ਕਿਵੇਂ ਆਪਾਂ ਕਿਸੇ ਨਾਲ ਰਹਿੰਦੇ ਹਾਂ। ਸੋ ਡੈਲਟ ਸੈਕਿੰਡ ਫਾਰਮ ਆ ਗਈ ਕਿਉਂਕਿ ਇਹ ਪਾਸਟ ਦੀ ਕਹਾਣੀ ਲਿਖ ਰਹੇ ਨੇ। ਤਾਂ ਡੈਲਟ ਵਿਦ ਹਰ ਵੈਰੀ ਟੈਂਡਰਲੀ ਦਾ ਮਤਲਬ ਹੁੰਦਾ ਵੀ ਬਹੁਤ ਹੀ ਕਾਇੰਡ ਤਰੀਕੇ ਨਾਲ। ਸੋ ਉਸ ਨਾਲ ਬਹੁਤ ਹੀ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਸੀ? ਕਾਇੰਡ, ਨਮਰ ਵਿਵਹਾਰ। ਦ ਆਰਡਰ ਬਾਏ ਦਾ ਡਿਸਪੋਟ ਫੀਲਡ ਹਿਜ਼ ਹਾਰਟ ਵਿਦ ਸੋਰੋ, ਜੋ ਆਰਡਰ ਦਿੱਤਾ ਸੀ ਕਿਸ ਨੇ? ਤਾਨਾਸ਼ਾਹ ਨੇ। ਉਹ ਕੀ ਸੀਗਾ? ਕਿਸਾਨ ਦਾ ਉਹਨੇ ਦਿਲ ਕਿਸ ਨਾਲ ਭਰਤਾ ਸੀ? ਦੁੱਖਾਂ ਨਾਲ। ਸੋ ਵੀ ਵਿਲ ਜਸਟ ਸਟੋਪ ਹੇਅਰ ਐਂਡ we will continue the story in the next video. So what is the homework up to here which you will have to do? So first of all you have to write the word meanings of these word meanings on your fair notebooks. Then there is some book work for you. Yes, here is the book work, only 10th questions. These questions are also related to the word meanings. For example, see here, it was governed by a despotic leader. Despotic ਕੀ ਹੁੰਦਾ ਬਈ? ਇਹਦੇ ਵਿੱਚ ਜਿਹੜਾ ਵੀ ਅੰਡਰਲਾਈਨ ਕੀਤੇ ਨੇ, ਦੇਖੋ ਪਹਿਲਾਂ ਆਪਾਂ ਕੁਐਸਚਨ ਪੜ੍ਹਦੇ ਹਾਂ ਅੰਡਰਲਾਈਨ ਕਿਵੇਂ ਕੀਤਾ ਹੋਇਆ ਸਿਸਟਮ। ਪੁੱਟ ਅ ਟਿਕ ਔਨ ਦਾ ਆਪਸ਼ਨ ਦੈਟ ਬ੍ਰਿੰਗਸ ਆਊਟ ਦਾ ਮੀਨਿੰਗ ਆਫ ਦਾ ਅੰਡਰਲਾਈਨ ਵਰਡ। ਜਿਹੜੇ ਵੀ ਵਰਡ ਅੰਡਰਲਾਈਨ ਕੀਤੇ ਨੇ, ਦੇਖੋ ਇੱਥੇ ਵੀ ਕੀਤਾ ਹੈ, ਇੱਥੇ ਵੀ ਕੀਤਾ, ਇਹ ਸਾਰੇ ਵਰਡ ਦਾ ਆਪਾਂ ਨੇ ਕੀ ਕਰਨਾ ਵੀ ਮੀਨਿੰਗ ਦੱਸਣਾ, ਇੰਗਲਿਸ਼ ਦੇ ਵਿੱਚ ਫਰੇਜ਼ ਦੱਸਣਾ ਉਸਦਾ। ਦੇਖੋ ਫਸਟ ਹੀ ਦੇਖ ਲਓ, ਇਟ ਵਾਜ਼ ਗਵਰਨਡ ਬਾਈ ਅ ਡੈਸਪੋਟਿਕ ਲੀਡਰ। ਡੈਸਪੋਟਿਕ ਕੀ ਦੱਸਿਆ ਸੀ? ਜੋ ਡਿਕਟੇਟਰ ਹੁੰਦਾ ਹੈਗਾ। ਪਹਿਲਾਂ ਹੁਣ ਆਨਸਰ ਪੜ੍ਹ ਕੇ ਦੇਖੋ, ਦੋ ਆਪਸ਼ਨ ਦਿੱਤੀਆਂ ਹੋਈਆਂ ਨੇ, ਇੱਕ ਸਹੀ ਹੋਏਗੀ। ਅ ਪਰਸਨ ਹੂ ਐਕਸਪੈਕਟਸ ਐਵਰੀਵਨ ਟੂ ਓਵੇ ਆਲ ਹਿਜ਼ ਆਰਡਰਸ, ਇੱਕ ਪਰਸਨ ਜੋ ਕਿ ਹੋਵੇ ਚਾਹੁੰਦਾ ਹੋ ਕਿ ਸਾਰੇ ਉਸਦੀ ਆਗਿਆ ਦਾ ਪਾਲਨ ਕਰਨ। ਜਾਂ ਅ ਪਰਸਨ ਹੂ ਲਵਜ਼ ਹਿਜ਼ ਪੀਪਲ, ਜਾਂ ਉਹ ਇਨਸਾਨ ਜੋ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੋਵੇ। ਦੇਖੋ ਇਹ ਤਾਂ ਹੈ ਹੀ ਨਹੀਂ ਸੀ, ਸੋ ਫਸਟ ਆਨਸਰ ਆ ਜਾਏਗਾ ਕਿ ਜੋ ਚਾਹੁੰਦਾ ਕਿ ਸਾਰੇ ਉਸਦੀ ਪਾਲਣਾ ਕਰਨ ਆਗਿਆ ਦਾ। ਨੈਕਸਟ ਦੇਖ ਲਓ, ਹੀ ਹੈਡ ਅ ਗ੍ਰੇਟ ਡਿਸਲਾਈਕ ਫॉर ਐਨੀ ਥਿੰਗ ਸੁਜੈਸਟਿਵ ਆਫ ਫੀਲਿੰਗ ਹੈਲਥ ਐਂਡ ਸਟਰੈਂਥ। ਇਹ ਕੀ ਸੀਗਾ ਕਿ ਉਹ ਕੁਛ ਵੀ ਉਸ ਚੀਜ਼ ਨੂੰ ਉਹ ਪਸੰਦ ਨਹੀਂ ਕਰਦਾ ਸੀਗਾ ਜੋ ਹੈਲਦੀ ਨਾ ਹੋਵੇ ਅਤੇ ਤਾਕਤਵਰ ਨਾ ਹੋਵੇ। ਸੁਜੈਸਟਿਵ ਦਾ ਮਤਲਬ ਕੀ ਦੱਸਿਆ ਸੀ ਬਈ? ਜੋ ਸਲਾਹ ਦੇਣ ਵਾਲਾ ਹੋਵੇ। ਗਿਵਿੰਗ ਐਨ ਆਈਡੀਆ ਆਫ, ਸਿੱਧਾ ਪਿਆ ਆਨਸਰ, ਟਿਪੀਕਲ ਤਾਂ ਆ ਨਹੀਂ ਸਕਦਾ। ਨੈਕਸਟ ਦੇਖ ਲਓ ਬਈ, ਦਿਸ ਪ੍ਰੋਂਪਟਡ ਹਿਮ ਟੂ ਮੇਕ ਅ ਕ੍ਰੂਅਲ ਲਾਅ ਫॉर ਦਾ ਪ੍ਰੀਵੈਂਸ। ਪ੍ਰੋਂਪਟਡ ਦਾ ਮਤਲਬ ਕੀ ਦੱਸਿਆ ਸੀ? ਕੋਈ ਚੀਜ਼ ਐਨਕਰੇਜ ਕਰੇ, ਐਨਕਰੇਜ ਟੂ ਡੂ ਸਮਥਿੰਗ। ਦੋਜ਼ ਵਰ ਬਾਰਬਰਸ ਡੇਜ਼, ਕੀ ਸੀਗੇ ਉਹ? ਬਹੁਤ ਹੀ ਮੀਨਸ ਕ੍ਰੂਅਲ ਸੀਗੇ, ਜਿਹੜੇ ਭਿਆਨਕ ਦਿਨ ਹੁੰਦੇ ਨੇ। ਭਿਆਨਕ ਹੁੰਦੇ ਨੇ ਵੀ ਦੇਖੋ ਅਨਸਿਵਿਲਾਈਜ਼ਡ। ਸਿਵਿਲਾਈਜ਼ਡ ਕੀ ਹੁੰਦਾ? ਜਿੱਥੇ ਕਾਨੂੰਨ ਹੁੰਦਾ, ਲੋਕ ਖੁਸ਼ੀ ਨਾਲ ਰਹਿੰਦੇ ਨੇ। ਤਾਂ ਅਨਸਿਵਿਲਾਈਜ਼ਡ ਕੀ ਹੋ ਜਾਊਗਾ? ਜਿੱਥੇ ਕਾਨੂੰਨ ਨਾ ਹੋਵੇ, ਮੀਨਸ ਕ੍ਰੂਅਲ ਇਨਸਾਨ ਰਹਿੰਦੇ ਹੋਣ, ਇੱਕ ਦੂਜੇ ਨਾਲ ਲੜਦੇ ਹੋਣ, ਤਾਂ ਬਾਰਬਰਸ ਡੇਜ਼ ਕਿਹੜੇ ਹੋ ਗਏ? ਅਨਸਿਵਿਲਾਈਜ਼ਡ।
क्रूड नहीं आ सकता भी, क्रूड तो सीधा होंगे कि कोई भी रॉ मटीरियल हो। ये क्रूड नाल तुसीं रिलेट कर लियो। क्रूड का मतलब होंगे कोई भी, जिमें क्रूड ऑयल मीनस कच्चा तेल, सो क्रूड होंगे रॉ मटीरियल। नैक्सट देखो, द कस्टम ऑफ अबैंडनिंग ओल्ड पीपल टू डाई वॉज नॉट अनकॉमन। अबैंडनिंग का मतलब होंगे भी छड्डना, सो की आ जाएगा द टू लीव और डिजर्ट। नैक्सट देखो भी, द नैरो रोड वॉज क्रॉस्ड रीक्रॉस टू मैनी पास मेड बाय द हंटर्स एंड द वुड कटर्स। जो नैरो रोड मीनस जो पतला रस्ता सी, जो भीड़ा रास्ता सी, ਉਹ किस द्वारा बनाया गया ਸੀਗਾ? बहुत सारे हंटर्स द्वारा ਤੇ ਨਾਲ ਦੀ ਨਾਲ ਵੁੱਡ ਕਟਰ ਜਿਹੜੇ ਲੱਕੜਹਾਰੇ ਸੀ। ਹੁਣ ਨੈਰੋ ਦਾ ਮਤਲਬ ਕੀ ਹੁੰਦਾ ਵੀ? ਨੈਰੋ ਦਾ ਮਤਲਬ ਹੁੰਦਾ ਭੀੜਾ, ਸੋ ਨੈਰੋ ਦਾ ਮਤਲਬ ਕੀ ਆ ਗਿਆ? ਬਿਗ ਤਾਂ ਆ ਨਹੀਂ ਸਕਦਾ, ਸੋ ਕੀ ਆ ਗਿਆ? ਸਮਾਲ ਵਿਡਥ। ਨੈਕਸਟ ਕੁਐਸਚਨ ਦੇਖੋ ਵੀ, she stretched forth her hand and snapped the twigs from the bushes। ਟਵਿਗ ਦਾ ਮਤਲਬ ਹੁੰਦਾ ਵੀ ਟਾਹਣੀਆਂ, ਬੁਸ਼ ਦਾ ਮਤਲਬ ਹੁੰਦਾ ਕਿ ਜੋ ਕਾਫੀ ਝਾੜੀਆਂ ਜਾਂ ਹੁਣ, ਟਵਿਗ ਦਾ ਮਤਲਬ ਹੁੰਦਾ ਟਾਹਣੀਆਂ, ਸਨੈਪ ਦਾ ਮਤਲਬ ਤੁਹਾਨੂੰ ਦੱਸਿਆ ਸੀ ਤੋੜਨਾ। ਸੋ ਸਟ੍ਰੈਚ ਫੋਰਥ ਦਾ ਮਤਲਬ ਹੁੰਦਾ ਦਬਾਉਣਾ। ਸੋ ਉਹਨੇ ਕੀ ਕੀਤਾ? ਉਹਦਾ ਹੱਥ ਦਬਾਇਆ ਐਂਡ ਉਸਨੇ ਆਪਣਾ ਹੱਥ ਦਬਾਇਆ ਐਂਡ ਸਨੈਪਟ ਦਾ ਟਵਿਗਸ ਫਰੋਮ ਦ ਬੁਸ਼ੇਸ, ਅਤੇ ਝਾੜੀਆਂ ਵਿੱਚੋਂ ਕੀ ਤੋੜਦੀਆਂ? ਡਾਹਣੀਆਂ ਤੋੜਦੀਆਂ। ਸੋ ਤੋੜਨ ਦਾ ਮਤਲਬ ਕੀ ਹੋ ਜਾਏਗਾ? ਬਰੋਕ। ਪੁਲਡ ਨਹੀਂ ਆ ਸਕਦਾ, ਪੁਲਡ ਹੁੰਦਾ ਖਿੱਚਣਾ। ਨੈਕਸਟ ਦੇਖੋ ਵੀ, his demand was that his subject should present him with a rope of ash। ਉਹ ਚਾਹੁੰਦਾ ਸੀ ਕੌਣ? ਡਿਸਪੋਟ। ਉਹ ਚਾਹੁੰਦਾ ਸੀ ਕਿ ਉਸਦੇ ਜਿਹੜੇ ਸਬਜੈਕਟਸ ਨੇ, ਮੀਨ ਸਬਜੈਕਟ ਦਾ ਮਤਲਬ ਉੱਥੇ ਇੱਥੇ ਪੀਪਲ ਹੈ। ਸਬਜੈਕਟ ਮੀਨਸ ਹੁਣ ਜੋ ਵੀ ਤਾਨਾਸ਼ਾਹ ਹੈ ਉਹਦੇ ਵਾਸਤੇ ਤਾਂ ਲੋਕ ਕੀ ਨੇ? ਇੱਕ ਐਸਿਡ ਦੀ ਤਰ੍ਹਾਂ ਨੇ, ਕਿਉਂਕਿ ਉਹਨਾਂ ਨੂੰ ਉਸ ਤਰ੍ਹਾਂ ਹੀ ਵਿਵਹਾਰ ਕਰਦਾ ਉਹ। ਸੋ ਸਬਜੈਕਟ ਕੀ ਇੱਥੇ ਪੀਪਲ ਹੈ। ਉਹ ਚਾਹੁੰਦਾ ਸੀ ਆਪਣੇ ਲੋਕਾਂ ਦੇ ਵਿੱਚੋਂ, ਜਿਵੇਂ ਇਹ ਚੀਜ਼ ਆਪਾਂ ਅੱਗੇ ਕਹਾਣੀ ਦੇ ਵਿੱਚ ਪੜ੍ਹਾਂਗੇ, ਕਿ ਉਹ ਉਸਨੂੰ ਕਿਸ ਦੀ ਲਿਆ ਕੇ ਦੇਣ? ਰੱਸੀ, ਐਸ਼ ਦੀ, ਮੀਨ ਸਵਾਹ ਦੀ ਰੱਸੀ ਲਿਆ ਕੇ ਦੇਣ। ਇਹ ਆਪਾਂ ਅੱਗੇ ਉਹਦੇ ਵਿੱਚ ਪੜ੍ਹਾਂਗੇ, ਪਰ ਇੱਥੇ ਸਬਜੈਕਟ ਦਾ ਮਤਲਬ ਤੁਸੀਂ ਕੀ ਲਗਾਉਣਾ? ਪੀਪਲ। ਨੈਕਸਟ ਦੇਖੋ ਵੀ, ਦੈਟ ਵੈਰੀ ਆਰ ਦਾ ਕਰੂਅਲ ਲਾਅ ਵਾਜ਼ ਅਬੋਲਿਸ਼ਡ। ਅਬੋਲਿਸ਼ਡ ਦਾ ਮਤਲਬ ਤੁਹਾਨੂੰ ਦੱਸਿਆ ਸੀ ਕੋਈ ਵੀ ਚੀਜ਼ ਖਤਮ ਹੋ ਜਾਵੇ। ਸੋ ਦੇਖੋ ਇੱਥੇ ਕੀ ਆਏਗਾ? ਕੇਮ ਟੂ ਐਨ ਐਂਡ। ਇੱਕ ਮਤਲਬ ਉਹ ਕੀ ਹੋਏਗਾ? ਜਿਹੜਾ ਲਾਅ ਵਗੈਰਾ ਬਣਦੇ ਨੇ ਉਹ ਇੱਕ ਚੀਜ਼ 'ਤੇ ਆ ਕੇ ਖਤਮ ਹੋ ਜਾਂਦੇ ਨੇ। ਮੀਨਸ ਡੈਸਟਰੋਇਡ ਦਾ ਮਤਲਬ ਹੁੰਦਾ ਪੁੱਤ ਕੋਈ ਫਿਜ਼ੀਕਲ ਚੀਜ਼ ਖਤਮ ਹੋਣੀ, ਪਰ ਇੱਥੇ ਕੇਮ ਟੂ ਐਨ ਐਂਡ ਦਾ ਮਤਲਬ ਕੋਈ ਵੀ ਚੀਜ਼ ਆਪਣੇ ਬਣਾਈ ਸੀ, ਮੀਨਸ ਲਾਅ ਬਣਾਏ ਸੀ। ਲਾਅ ਆਰ ਨਾਟ ਫਿਜ਼ੀਕਲ। ਸੋ ਆਪਾਂ ਇਹਦਾ ਆਨਸਰ ਕੀ ਆਏਗਾ? ਕੇਮ ਟੂ ਐਨ ਐਂਡ। ਨੈਕਸਟ ਦੇਖੋ ਵੀ, ਹੀ ਰਿਅਲਾਈਜ਼ਡ ਦੈਟ ਓਲਡ ਏਜ ਮੈਂਟ ਐਕਸਪੀਰੀਅੰਸ ਟੂ ਆਫ ਲਾਈਫ ਐਂਡ ਨਾਟ ਫਰੈਲਿਟੀ। ਇੱਥੇ ਹੁਣ ਡਿਸਪੋਟ ਦੀ ਗੱਲ ਹੋ ਰਹੀ ਹੈ। ਉਸਨੇ ਐਂਡ ਦੇ ਵਿੱਚ ਉਹ ਰਿਅਲਾਈਜ਼ ਕਰਦਾ ਹੈ ਕਿ ਜਿਹੜੀ ਓਲਡ ਏਜ ਹੈ, ਬੁੱਢੇ ਲੋਕ ਨੇ, ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਲਾਈਫ ਦਾ, ਪਰ ਉਹ ਕਮਜ਼ੋਰ ਨਹੀਂ ਹੁੰਦੇ। ਸੋ ਫਰੈਲਿਟੀ ਦਾ ਮਤਲਬ ਤੁਹਾਨੂੰ ਕੀ ਦੱਸਿਆ ਸੀ? ਕਮਜ਼ੋਰ। ਕਮਜ਼ੋਰ ਕੀ ਆਏਗਾ? ਫਿਜ਼ੀਕਲ ਵੀਕਨੈਸ। ਸੋ ਇਹ ਜਿਹੜਾ ਇਹ ਸਾਰਾ ਕੰਮ ਹੈ ਤੁਸੀਂ ਨੇ ਬੁੱਕ ਵਰਕ ਕਰਨਾ ਹੈ। ਕਿਹੜੀ? ਐਕਟੀਵਿਟੀ 2 ਅਤੇ ਐਕਟੀਵਿਟੀ 1 ਵੀ ਤੁਸੀਂ ਕਿਸ 'ਤੇ ਕਰਨੀ ਹੈ? ਜਿਹੜੀ ਆਪਣੀ ਫੇਅਰ ਨੋਟਬੁੱਕ ਹੈ। ਸੋ ਦਿਸ ਇਜ਼ ਦਾ ਹੋਮਵਰਕ। ਹੋਪ ਯੂ ਅੰਡਰਸਟੈਂਡ ਦਾ ਚੈਪਟਰ ਅਪ ਟੂ ਹੇਅਰ। ਥੈਂਕ you very much. We will discuss the chapter, the remaining chapter in the next video. Thank you very much.